So next is blood groups. ਸਾਡੇ ਕੋਲ blood groups two types grouping are ABO and RH negative that are widely used in the world. ABO blood grouping ਦੇ ਵਿੱਚ ਕੀ ਆ, that is based on the presence or absence of two surface antigen on the red blood cells. Red blood RBCs ਦੇ ਉੱਤੇ ਐਂਟੀਜਨ ਲੱਗੇ ਹੁੰਦੇ ਨੇ। ਇਹਨਾਂ ਕੋਲੇ ਫਿਰ ਜੇ ਐਂਟੀਜਨ ਆ ਤਾਂ ਦੈਟ ਮੀਨ ਜਿਹੜੇ ਆਹ ਸੈਲਸ ਨੇ ਇਹਨਾਂ ਕੋਲੇ ਕੀ ਨੇ, ਐਂਟੀਬੋਡੀਜ਼। ਪਲਾਜ਼ਮਾ ਆਫ ਡਿਫਰੈਂਟ ਇੰਡੀਵਿਜੂਅਲ ਕੰਟੇਨ ਟੂ ਨਿਊਟਰਲ ਐਂਟੀਬੋਡੀਜ਼। ਹਰ ਇੱਕ ਦੇ ਪਲਾਜ਼ਮਾ ਦੇ ਵਿੱਚ ਦੋ ਨਿਊਟਰਲ ਬੋਡੀਜ਼ ਹੁੰਦੀਆਂ ਨੇ ਜਿਹੜੀਆਂ ਇਹ ਐਂਟੀਜਨ ਨੂੰ ਨਿਊਟਰਲ ਕਰਦੀਆਂ ਨੇ। ਇਸ ਬੇਸ ਦੇ ਉੱਤੇ ਸਾਡੇ ਕੋਲ 4 ਟਾਈਪਸ ਆਫ ਬਲੱਡ ਗਰੁੱਪਸ ਨੇ, ਬਲੱਡ ਗਰੁੱਪ A, B, AB ਐਂਡ O। ਜਿਹੜੇ ਬਲੱਡ ਗਰੁੱਪ A ਆ ਉਹਦੇ ਉੱਤੇ ਐਂਟੀਜਨ ਵੀ A ਹੋਊ। ਜੇ ਐਂਟੀਜਨ A ਹੋਊ ਤਾਂ ਐਂਟੀਬੋਡੀ A ਦੇ ਪ੍ਰਤੀ ਉਲਟ ਹੋਊਗੀ, ਦੈਟ ਇਜ਼ B, ਐਂਟੀ B। B ਦੇ ਉੱਤੇ ਐਂਟੀਜਨ B ਆ ਜਿਹਦੇ ਕਰਕੇ ਇਹਦਾ ਨਾਮ ਬਲੱਡ ਗਰੁੱਪ ਦਾ B ਪਿਆ, ਤਾਂ ਬੋਡੀ ਹੋਊਗੀ ਐਂਟੀ A। AB ਦੇ ਉੱਤੇ ਦੋਨੇ ਹੀ ਐਂਟੀਜਨ ਨੇ, ਇਸ ਲਈ ਇਹਦੇ ਕੋਲ ਕੋਈ ਐਂਟੀਬੋਡੀ ਨਹੀਂ ਹੋਣੀ। O ਦੇ ਉੱਤੇ ਕੋਈ ਐਂਟੀਜਨ ਨਹੀਂ ਹੈਗਾ, ਉਹਦੇ ਕੋਲ ਦੋਨੇ ਐਂਟੀਬੋਡੀਜ਼ ਨੇ। ਨੈਕਸਟ ਦੇ ਹੈਵ ਟੋਲਡ ਯੂ ਡੋਨਰ ਗਰੁੱਪ ਕਿ ਕਿਹੜਾ ਇਹਨਾਂ ਨੂੰ ਬਲੱਡ ਡੋਨੇਟ ਕਰ ਸਕਦਾ। ਜਿਹਦੇ ਕੋਲ ਐਂਟੀ B ਆ ਮੀਨਸ ਜਿਹਦਾ ਬਲੱਡ ਗਰੁੱਪ A ਆ ਉਹਨੂੰ A ਵਾਲਾ ਵੀ ਬਲੱਡ ਗਰੁੱਪ ਦੇ ਸਕਦਾ ਤੇ O ਵਾਲਾ ਵੀ, ਤੇ ਜਿਹਦਾ ਬਲੱਡ ਗਰੁੱਪ B ਆ ਉਹਨੂੰ B ਵਾਲਾ ਵੀ ਦਊਗਾ, B ਨਾਲ ਮੈਚ ਕਰਦਾ ਤੇ O ਵੀ ਦਊਗਾ। ਕਿਉਂ? ਕਿਉਂਕਿ O ਦੇ ਕੋਲੇ ਕੋਈ ਵੀ ਐਂਟੀਜਨ ਨਹੀਂ। ਤੇ ਜਿਹਦਾ AB ਬਲੱਡ ਗਰੁੱਪ ਆ ਉਹਨੂੰ AB ਵਾਲਾ ਤਾਂ ਦਊਗਾ ਹੀ, A ਵਾਲਾ ਵੀ ਦੇ ਸਕਦਾ, B ਵਾਲਾ ਵੀ, O ਵੀ, ਸਾਰੇ ਹੀ ਦੇ ਸਕਦੇ ਨੇ। ਤੇ ਜਿਹਦਾ ਬਲੱਡ ਗਰੁੱਪ ਪੁੱਤਰ ਜੀ O ਆ ਉਹਦੇ ਕੋਲ ਕੋਈ ਐਂਟੀਜਨ ਤਾਂ ਹੈ ਨਹੀਂ, ਪਰ ਐਂਟੀਬੋਡੀ ਦੋ ਪਈਆਂ ਨੇ ਜਿਹਦੇ ਕਰਕੇ ਉਹਨੂੰ ਨਾ A ਵਾਲਾ ਬਲੱਡ ਦੇ ਸਕਦਾ, ਨਾ B ਵਾਲਾ, ਨਾ AB ਵਾਲਾ, ਉਹਨੂੰ O ਵਾਲਾ ਹੀ ਬਲੱਡ ਦੇ ਸਕਦਾ ਆ। From the above discussion they have told you that all O blood group be donated to person with any other। O ਅਸੀਂ ਸਾਰਿਆਂ ਨੂੰ ਦੇ ਸਕਦੇ ਹਾਂ। So O blood group is called the universal donor। ਤੇ AB ਵਾਲੇ ਪੁੱਤਰ ਜੀ ਸਾਰਿਆਂ ਤੋਂ ਬਲੱਡ ਅਸੈਪਟ ਕਰ ਸਕਦੇ ਨੇ। AB group can accept blood from persons with these AB as well as the other। AB ਵਾਲੇ ਸਾਰਿਆਂ ਤੋਂ ਬਲੱਡ ਗਰੁੱਪ ਲੈ ਸਕਦੇ ਨੇ। ਸੋ ਦੇ ਆਰ ਕਾਲਡ ਦਾ ਯੂਨੀਵਰਸਲ ਰੈਸੀਪੀਐਂਟ। ਰੈਸੀਪੀਐਂਟ ਮੀਨਸ ਰਿਸੀਵ ਕਰਨਾ। ਇਹ ਯੂਨੀਵਰਸਲ ਰੈਸੀਪੀਐਂਟ ਨੇ, ਇਹ ਯੂਨੀਵਰਸਲ ਡੋਨਰ ਨੇ। ਇਹ ਤੁਹਾਡੇ ਕੋਲ ਸੀਗਾ ਆ ਫਸਟ ਗਰੁੱਪਿੰਗ ABO ਬਲੱਡ ਗਰੁੱਪਿੰਗ, ਸੈਕਿੰਡ ਇਜ਼ RH ਗਰੁੱਪਿੰਗ। RH ਗਰੁੱਪਿੰਗ ਕੀ ਆ? ਇਹ ਵੀ ਇੱਕ ਐਂਟੀਜਨ ਆ RH ਐਂਟੀਜਨ ਜਿਹੜਾ ਕਿ ਰੀਸਸ ਮੌਂਕੀ ਦੇ ਵਿੱਚ ਆ, ਉਸੇ ਤਰ੍ਹਾਂ ਦਾ ਸਾਡੇ ਹਿਊਮਨ ਬੀਂਗਸ ਆ। ਰੀਸਸ ਮੌਂਕੀ ਦੇ ਵਿੱਚ ਇਹ ਪਹਿਲਾਂ ਫਾਈਂਡ ਹੋਇਆ ਤਾਂ ਕਰਕੇ ਇਹਦਾ ਨਾਂ ਰੱਖਦਾ RH, ਰੀਸਸ ਮੌਂਕੀ ਤੋਂ ਹੀ। ਇਹ ਸਾਡੇ ਰੈੱਡ ਬਲੱਡ ਸੈਲਸ ਦੇ ਵਿੱਚ ਵੀ ਆ, ਹਿਊਮਨ ਦੇ ਵਿੱਚ ਵੀ ਆ। ਜਿਨ੍ਹਾਂ ਦੇ ਵਿੱਚ ਇਹ ਐਂਟੀਜਨ ਪਿਆ ਆ ਉਹਨਾਂ ਨੂੰ RH ਪੋਜ਼ੀਟਿਵ ਕਹਿੰਦੇ ਨੇ, ਜਿਨ੍ਹਾਂ 'ਚ ਐਂਟੀਜਨ ਨਹੀਂ ਹੈਗਾ ਉਹਨਾਂ ਨੂੰ RH ਨੈਗੇਟਿਵ ਕਹਿ ਦਿੰਦੇ ਨੇ। RH ਨੈਗੇਟਿਵ ਐਂਟੀਜਨ ਪਰਸਨ ਆ ਜਿਹੜਾ, ਜੇ ਉਹਨੂੰ ਅਸੀਂ ਉਹਨੂੰ RH ਪੋਜ਼ੀਟਿਵ ਬਲੱਡ ਗਰੁੱਪ ਦੇ ਦਈਏ ਤਾਂ ਜਿਹੜਾ RH ਨੈਗੇਟਿਵ ਹੈ ਇਹਦੀ ਬੋਡੀ 'ਚ ਐਂਟੀਬੋਡੀਜ਼ ਪੈਦਾ ਹੋ ਜਾਣੀਆਂ ਨੇ। ਜੇ ਐਂਟੀਬੋਡੀਜ਼ ਪੈਦਾ ਹੋ ਗਈਆਂ ਤਾਂ ਉਹਨਾਂ ਨੇ ਜਿਹੜਾ ਉਹਦਾ RH ਪੋਜ਼ੀਟਿਵ ਬਲੱਡ ਗਰੁੱਪ ਆਪਾਂ ਦੇ ਰਹੇ ਹਾਂ ਉਹਦੀ ਕੋਐਗੂਲੇਸ਼ਨ ਸਟਾਰਟ ਹੋ ਜਾਣੀ, ਉਹਨੇ ਜੰਮਣਾ ਸ਼ੁਰੂ ਕਰ ਦੇਣਾ ਹੈ। ਇਸ ਲਈ ਟਰਾਂਸਫਿਊਜ਼ਨ ਤੋਂ ਪਹਿਲਾਂ ਬਲੱਡ ਗਰੁੱਪ ਦਾ RH ਵੀ ਚੈੱਕ ਕਰਕੇ ਮੈਚ ਕੀਤਾ ਜਾਂਦਾ ਆ। RH ਇਨਕੰਪੈਟੇਬਿਲਿਟੀ ਚੈੱਕ ਕੀਤੀ ਜਾਂਦੀ ਆ, ਠੀਕ ਆ। ਦੈਟ ਹੈਜ਼ ਬੀਨ ਅਬਜ਼ਰਵਡ ਬਿਟਵੀਨ RH ਨੈਗੇਟਿਵ ਬਲੱਡ ਗਰੁੱਪ ਆਫ ਹੁਣ ਉਹਦੀ ਐਗਜ਼ਾਮਪਲ ਲੈਂਦੇ ਆ। ਉਹਨਾਂ ਨੇ ਇੱਕ ਸਪੈਸ਼ਲ ਕੇਸ ਲਿਆ ਜਿੱਥੇ RH ਇਨਕੰਪੈਟੇਬਿਲਿਟੀ ਹੈਜ਼ ਬੀਨ ਅਬਜ਼ਰਵਡ। ਕਿਹੜਾ ਕੇਸ ਆ ਉਹ, ਕਿਹਦੀ ਐਗਜ਼ਾਮਪਲ ਲਈ ਆ? RH ਨੈਗੇਟਿਵ ਮਦਰ ਆ, RH ਨੈਗੇਟਿਵ ਬਲੱਡ ਪ੍ਰੈਗਨੈਂਟ ਮਦਰ ਦਾ ਆ, ਤੇ ਜਿਹੜਾ ਉਹਦਾ ਬੇਬੀ ਆ ਉਹਦੇ RH ਪੋਜ਼ੀਟਿਵ ਆ, ਫੀਟਸ ਦਾ RH ਪੋਜ਼ੀਟਿਵ ਆ। RH ਐਂਟੀਜਨ ਨੈਗੇਟਿਵ ਦਾ ਮਤਲਬ ਆ ਕਿ ਮਾਂ ਕੋਲੇ ਉਹ RH ਐਂਟੀਜਨ ਹੈ ਨੀਗਾ। RH ਐਂਟੀਜਨ ਆਫ ਦਾ ਫੀਟਸ ਡੂ ਨਾਟ ਗੈਟ ਐਕਸਪੋਜ਼ਡ ਟੂ ਦਾ RH ਨੈਗੇਟਿਵ ਬਲੱਡ ਆਫ ਦਾ ਮਦਰ। ਹੁਣ ਜਿਹੜਾ RH ਪੋਜ਼ੀਟਿਵ ਐਂਟੀਜਨ ਆ, ਕਿਉਂਕਿ ਜਿਹੜਾ ਫੀਟਸ ਆ ਉਹ RH ਪੋਜ਼ੀਟਿਵ ਆ। RH ਪੋਜ਼ੀਟਿਵ ਦਾ ਮਤਲਬ ਆ ਕਿ ਜਿਹੜਾ ਫੀਟਸ ਆ ਇਹਦੇ 'ਚ RH ਐਂਟੀਜਨ ਹੈਗਾ। ਹੁਣ ਜਿਹੜਾ RH ਐਂਟੀਜਨ ਆ ਇਹਦਾ
ਉਹ ਮਦਰ ਦੇ ਬਲੱਡ ਦੇ ਗਰੁੱਪ ਦੇ ਕੰਟੈਕਟ 'ਚ ਨਹੀਂ ਆਉਂਦਾ, ਕਿਉਂਕਿ ਸਾਰਾ ਕੁਝ ਤਾਂ ਪਲੈਸੈਂਟਾ ਰਾਹੀਂ ਹੀ ਬੇਬੀ ਨੂੰ ਮਿਲ ਰਿਹਾ। ਸੋ ਬਲੱਡ ਦੀ ਡਾਇਰੈਕਟ ਕੰਟੈਕਟ ਨਹੀਂ ਹੁੰਦਾ। ਇਹ ਦੈਟ ਇਜ਼ ਦਾ ਕੇਸ ਆਫ ਫਸਟ ਪ੍ਰੈਗਨੈਂਸੀ, ਪਹਿਲੀ ਪ੍ਰੈਗਨੈਂਸੀ ਦੇ ਵਿੱਚ, ਕਿਉਂਕਿ ਦੋਨੇ ਬਲੱਡ ਗਰੁੱਪਸ ਇੱਕ ਦੂਸਰੇ ਤੋਂ ਵੱਖ ਨੇ, ਪਲੈਸੈਂਟਾ ਦੁਆਰਾ ਮੈਚ ਨਹੀਂ ਇੱਕ ਦੂਜੇ ਨਾਲ ਕਰ ਰਹੇ। ਬਟ ਕੀ ਹੁੰਦਾ ਕਿ ਡਿਊਰਿੰਗ ਦਾ ਡਿਲੀਵਰੀ ਆਫ ਦਾ ਫਸਟ ਬੇਬੀ, ਜਦੋਂ ਪਹਿਲੇ ਬੇਬੀ ਦੀ ਡਿਲੀਵਰੀ ਹੁੰਦੀ ਆ ਤਾਂ ਇਹ ਚਾਂਸਸ ਨੇ ਕਿ ਮੈਟਰਨਲ ਬਲੱਡ exposure of the maternal blood to the small amount of the RH positive blood from the fetus, ਇਹ ਚਾਂਸ ਹੁੰਦੇ ਨੇ ਕਿ ਜਿਹੜਾ ਬੱਚੇ ਦਾ RH ਪੋਜ਼ਿਟਿਵ ਬਲੱਡ ਆ ਉਹ ਮਾਂ ਦੇ ਬਲੱਡ ਨਾਲ ਮਿਕਸ ਹੋ ਸਕਦਾ ਡਿਲੀਵਰੀ ਦੇ ਟਾਈਮ 'ਤੇ। ਉਸ ਕੇਸ ਦੇ ਵਿੱਚ ਫਿਰ ਜਦੋਂ ਮਿਕਸ ਹੋ ਗਿਆ ਤਾਂ ਮਾਂ ਦਾ ਜਿਹੜਾ RH ਬਲੱਡ ਆ ਉਹਨੇ ਪੁੱਤਰ ਜੀ ਐਂਟੀਬੋਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਅਗੇਂਸਟ RH ਪੋਜ਼ਿਟਿਵ। ਉਹਦੇ ਅਗੇਂਸਟ ਜਦੋਂ ਮਾਂ ਨੇ ਐਂਟੀਬੋਡੀਜ਼ ਬਣਾਉਣੀਆਂ ਸ਼ੁਰੂ ਕਰਤੀਆਂ ਤਾਂ ਕੀ ਹੋ ਜੂ, ਤਾਂ ਬੇਬੀ ਨੂੰ ਖਤਰਾ ਹੋ ਜਾਂਦਾ ਆ। ਇਨ ਕੇਸ ਆਫ ਹਰ ਸਬਸੀਕੁਐਂਟ ਪ੍ਰੈਗਨੈਂਸੀਜ਼, ਇਹ ਤਾਂ ਹੋ ਗਿਆ ਪਹਿਲਾ ਕੇਸ, ਜਦੋਂ ਡਿਲੀਵਰੀ ਹੋ ਗਈ, ਬੱਚਾ ਬਾਹਰ ਆ ਗਿਆ, ਉਹਨਾਂ ਨੇ ਇੰਜੈਕਸ਼ਨ ਲਾ ਕੇ ਲੋਡ ਕਰਤਿਆ। ਬਟ ਜੇ ਹੁਣ ਉਹੀ ਮਾਂ ਸੈਕਿੰਡ ਟਾਈਮ ਵੀ ਪ੍ਰੈਗਨੈਂਟ ਹੁੰਦੀ ਆ ਤਾਂ ਜਿਹੜੀ ਉਹਦੀਆਂ RH ਐਂਟੀਬੋਡੀਜ਼ ਨੇ ਜਿਹੜੀਆਂ ਮਦਰ ਦੇ ਬਲੱਡ 'ਚ ਪਹਿਲੇ ਬੇਬੀ ਦੇ ਹੋਣ ਨਾਲ ਮਿਕਸ ਹੋ ਗਈਆਂ, ਹੁਣ ਜਦੋਂ ਉਹਦੇ ਵਿੱਚ ਦੁਬਾਰੇ ਫਿਟਸ ਜਿਹੜਾ RH ਪੋਜ਼ਿਟਿਵ ਆ ਗਿਆ ਤਾਂ ਉਹਦੇ ਵਿੱਚ ਉਹ ਬੇਬੀ ਕਨਸੀਵ ਨਹੀਂ ਹੋਣਾ। ਕਿਉਂ? ਕਿਉਂਕਿ ਮਾਂ ਦੇ ਬਲੱਡ ਗਰੁੱਪ ਨੇ ਸਮਝਣਾ ਕਿ ਮੇਰੇ ਕੋਲ RH ਪੋਜ਼ਿਟਿਵ ਆਇਆ ਕਿ ਮੇਰਾ ਇਹ ਕੀ ਆ, ਫੋਰਨ ਪਾਰਟੀਕਲ ਆ ਜਿਹਨੂੰ ਮੈਂ ਖ਼ਤਮ ਕਰਨਾ ਆ, ਅਤੇ ਮਾਂ 'ਚ RH ਨੈਗੇਟਿਵ ਆ, ਤਾਂ ਉਹਨੇ ਫੀਟਸ ਸਰਵਾਈਵ ਨਹੀਂ ਕਰ ਸਕਣਾ। ਜਾਂ ਉਹ ਫੀਟਸ ਕੀ ਹੋਊਗਾ ਪੁੱਤਰ ਜੀ, ਬਹੁਤ ਜ਼ਿਆਦਾ ਅਨੀਮਿਕ ਹੋਊਗਾ, ਜੌਂਡਿਸ ਵਾਲਾ ਹੋਊਗਾ। ਸੋ ਇਸ ਕੰਡੀਸ਼ਨ ਨੂੰ ਅਸੀਂ ਕਹਿੰਦੇ ਹਾਂ ਅਰੀਥਰੋਬਲਾਸਟੋਸਿਸ। ਇਹਦੇ ਵਿੱਚ ਫਿਰ ਕੀ ਕਰਦੇ ਨੇ ਕਿ ਫੀਟਸ ਦੇ ਵਿੱਚ ਜਾਂ ਮਦਰ ਦੇ ਵਿੱਚ RH ਐਂਟੀਬੋਡੀਜ਼ ਦੇ ਪ੍ਰਤੀ ਬਾਹਰੋਂ ਐਂਟੀਜਨ ਪਾਈ ਜਾਂਦੇ ਆ ਉਹਨੂੰ ਇਕੁਅਲ ਕਰਨ ਦੇ ਲਈ, ਤਾਂ ਫਿਰ ਫੀਟਸ ਸਰਵਾਈਵ ਕਰ ਜੂ। ਪਰ ਸਰਵਾਈਵ ਕਰ ਜੂ ਤਾਂ ਵੀ ਉਹ ਅਨੀਮਿਕ ਅਤੇ ਤੁਹਾਡੇ ਕੋਲ ਜੌਂਡਿਸ ਵਾਲਾ ਹੋਊਗਾ। ਇਸ ਕੰਡੀਸ਼ਨ ਨੂੰ ਅਸੀਂ ਕਹਿੰਦੇ ਹਾਂ ਅਰੀਥਰੋਬਲਾਸਟੋਸਿਸ ਫੋਰਟੀਆਲਿਸਿਸ। ਦਿਸ ਕੈਨ ਬੀ ਅਵੋਇਡਡ, ਇਹਨੂੰ ਅਵੋਇਡ ਕਰਦੇ ਆ RH ਨੈਗੇਟਿਵ ਐਂਟੀਬੋਡੀਜ਼ ਮਦਰ ਦੇ ਬਲੱਡ ਦੇ ਵਿੱਚ ਪਹਿਲੀ ਡਿਲੀਵਰੀ ਤੋਂ ਬਾਅਦ ਹੀ, ਫਸਟ ਬੇਬੀ ਦੀ ਡਿਲੀਵਰੀ ਤੋਂ ਬਾਅਦ ਹੀ ਉਹਦੇ ਅੰਦਰ RH ਨੈਗੇਟਿਵ ਐਂਟੀਜਨ ਪਾ ਦਿੱਤੇ ਜਾਂਦੇ ਆ, ਨੈਗੇਟਿਵ ਦੇ ਪ੍ਰਤੀ RH ਬੋਡੀਜ਼ ਪਾ ਦਿੱਤੀਆਂ ਜਾਂਦੀਆਂ ਨੇ। ਦਿਸ ਇਜ਼ ਆਲ ਅਬਾਊਟ ਯੂਰ, ਟੁਮਾਰੋ ਵੀ ਵਿਲ ਡੂ ਕੋਐਗੂਲੇਸ਼ਨ ਆਫ ਬਲੱਡ।